सतनाम श्री वाहिगुरु साहिब जी। श्री नानक पद पंकज बंदना सिमरो अंगद दोख निकंदना। अमरदास गुर हृदय त्यावा जी हृदय त्यावा। श्री गुरु रामदास गुण गावा। श्री अर्जन विघ्नन के नाशक। श्री हरि गोबिंद शुभ सुमत प्रकाशक। श्री हरि राय नमो कर जोरी नमो कर जोरी। गुरु हरि कृष्ण मनाई बहोरी। तेग बहादुर परम कृपाला। श्री गुरु गोबिंद सिंह विशाला। तरो तरा पर पुन पुन सीसा जी पुन पुन सीसा। बंदो बार बार जगदीसा। जिसमें अमृत ज्ञान है मानक भगत वैराग। श्री गुरु ग्रंथ साहिब उदद बंदो कर अनुराग। श्री गुरु शब्द कमाए जिन्ना जीते पंच विकार। तिन संतन को बंदना सिर चरणन परतार। एक ओंकार सतगुरु ते प्रसाद सच होए। वाहिगुरु जी की फतेह। विघ्न विनाशन सोए। वाहिगुरु जी की फतेह। विघ्न विनाशन सोए। सतनाम वाहिगुरु साहिब जी। हट कर सदन विखै चल आए। श्री नानक बैठे जह थावा। हट कर सदन विखै चल आवा। श्री नानक बैठे जह थावा। वाहिगुरु जी का खालसा वाहिगुरु जी की फतेह। पतत पावन भगत वत्सल कृपा निधान रहमतां दे सागर वाली कुलियालम सरवरे कायनात दे मालक मेरे साहिब सतगुरु धन धन श्री गुरु ग्रंथ साहिब महाराज सच्चे पातशाह जी दी अपार कृपा रहमत बख्शिश हुई है। गुरुद्वारा साहिब दी मर्यादा दे अनुसार रोजाना दी तरह संध्या दे वेले दे सुंदर दीवान सज्जे दे सज्जे हुए दीवानां दे विच
ਗੁਰੂ ਕੀ ਗੁਰਬਾਣੀ ਦੇ ਨਿਤਨੇਮ ਸ੍ਰੀ ਆਰਤੀ ਆਰਤਾ ਅਤੇ ਹੋਰ ਰਸ ਪਿਰੜੇ ਸ਼ਬਦਾਂ ਦਾ ਕੀਰਤਨ ਆਪ ਜੀ ਨੇ ਰਾਗੀ ਸਿੰਘਾਂ ਦੀ ਰਸਨਾ ਦੇ ਪਾਸੋਂ ਸਰਵਣ ਕੀਤਾ ਹੈ। ਸੋ ਆਓ ਜਿੱਥੇ ਲੰਮੇ ਸਮੇਂ ਤੋਂ ਗੁਰੂ ਦੀ ਸਾਧ ਸੰਗਤ ਦੇ ਵਿੱਚ ਨਤਮਸਤਕ ਹਾਂ, ਕੁਝ ਸਮੇਂ ਵਾਸਤੇ ਹਾਜ਼ਰੀਆਂ ਪਰ ਕਰਕੇ ਸਭ ਤੇ ਊਤਮ ਹਰਿ ਕੀ ਕਥਾ ਨਾਮ ਸੁਣਤ ਦਰਦ ਦੁਖ ਲੱਥਾ ਦੇ ਮਹਾਵਾਕਾਂ ਅਨੁਸਾਰ ਕੁਝ ਸਮੇਂ ਵਾਸਤੇ ਚੱਲ ਰਹੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰਕੇ ਹੋਰ ਵੀ ਲਾਹਾ ਪ੍ਰਾਪਤ ਕਰੀਏ। ਰਹੋ ਵਿਚਾਰ ਜਿਵੇਂ ਆਪ ਜੀ ਨੇ ਕੱਲ ਦੇ ਦੀਵਾਨਾਂ ਵਿੱਚ ਸਰਵਣ ਕੀਤਾ ਸੀ। ਦੁਨੀ ਚੰਦ ਨੇ ਸਰਾਧ ਕਰਵਾਏ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਦੁਨੀ ਚੰਦ ਦੇ ਕੋਲ ਗਏ। ਮਹਾਰਾਜ ਜੀ ਨੇ ਪੁੱਛਿਆ, ਦੁਨੀ ਚੰਦ ਇਹ ਸਰਾਧ ਕਿਉਂ ਕਰਵਾ ਰਿਹਾ ਹੈ? ਗੁਰੂ ਜੀ ਦੇ ਪੁੱਛਣ ਤੇ ਦੱਸਿਆ, ਮੈਂ ਆਪਣੇ ਪਿਤਾ ਦੇ ਮਰੇ ਹੋਏ ਦੇ ਸਰਾਧ ਕਰਵਾਉਣਾ। ਮਹਾਰਾਜ ਜੀ ਕਹਿਣ ਲੱਗੇ, ਤੇਰੇ ਕਰਵਾਏ ਸ਼ਰਾਧ ਤੇਰੇ ਪਿਤਾ ਤੱਕ ਪਹੁੰਚਦੇ ਨੇ। ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਇਹ ਅਸੀਂ ਅਲਪਗ ਜੀਵ ਨਹੀਂ ਜਾਣ ਸਕਦੇ, ਆਪ ਸਰਬੱਗ ਸਤਿਗੁਰੂ ਹੋ। ਕੇਵਲ ਤੇ ਕੇਵਲ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਆਪ ਇਹਨਾਂ ਗੱਲਾਂ ਨੂੰ ਜਾਣ ਸਕਦੇ ਹੋ। ਮਹਾਰਾਜ ਜੀ ਕਹਿਣ ਲੱਗੇ, ਫਿਰ ਸੁਣ, ਤੂੰ ਸ਼ਰਾਧ ਤੇ ਕਰਵਾ ਦਿੱਤੇ ਪਰ ਤੇਰਾ ਪਿਤਾ ਬਘਿਆੜ ਦੀ ਜੂਨ ਭੋਗ ਰਿਹਾ, 3 ਦਿਨ ਤੋਂ ਭੁੱਖਾ ਹੈ। ਉਹਨੂੰ ਤਾਂ ਕਿਸੇ ਨੇ ਪਾਣੀ ਨਹੀਂ ਪੁੱਛਿਆ। ਮਹਾਰਾਜ ਜੀ ਨੂੰ ਕਹਿਣ ਲੱਗਾ, ਮਹਾਰਾਜ ਕਿੱਥੇ ਮਿਲੇਗਾ ਮੇਰਾ ਪਿਤਾ, ਮੈਂ ਉਹਦੀ ਸੇਵਾ ਕਰਕੇ ਆਵਾਂ। ਗੁਰੂ ਜੀ ਨੇ ਦੱਸਿਆ, ਸਾਧ ਸੰਗਤ ਜੀ ਬਚਨ ਕੀਤੇ, ਤੇਰੇ ਦਰਸ਼ਨ ਕਰਦਿਆਂ ਨੂੰ ਮਨੁੱਖਾ ਜੂਨ ਪ੍ਰਾਪਤ ਹੋਵੇਗੀ। ਤੇ ਕਿਸ ਗੱਲੋਂ ਉਹਨੂੰ ਬਘਿਆੜ ਦੀ ਜੂਨ ਮਿਲੀ ਇਹ ਵੀ ਤੈਨੂੰ ਮਨੁੱਖਾ ਦੇਹੀ ਪਾ ਕਰਕੇ ਆਪ ਹੀ ਦੱਸੇਗਾ। ਕਹਿੰਦੇ ਗਿਆ ਹੈ। ਜਦੋਂ ਜਾ ਕਰਕੇ ਸਾਹਮਣੇ ਗਿਆ, ਪਿਤਾ ਜੀ ਕਹਿ ਕਰਕੇ ਆਵਾਜ਼ ਮਾਰੀ, ਮਨੁੱਖਾ ਦੇਹ ਬਘਿਆੜ ਦੀ ਜੂਨ ਤੋਂ ਇਸ ਤਰ੍ਹਾਂ ਬਦਲੀ ਹੈ। ਪੁੱਛਣ ਲੱਗਾ, ਪਿਤਾ ਜੀ ਆਪ ਜੀ ਬੜੇ ਧਰਮਾਤਮਾ ਸੀ, ਬੜੇ ਚੰਗੇ ਪੁੰਨ ਕੀਤੇ ਨੇ, ਪਰ ਤੁਹਾਨੂੰ ਬਘਿਆੜ ਦੀ ਜੂਨ ਕਿਉਂ ਪ੍ਰਾਪਤ ਹੋਈ? ਪੁੱਛਣ ਤੇ ਦੱਸਿਆ ਕਿ ਅੰਤਲੇ ਸਮੇਂ ਮੈਂ ਜਦੋਂ ਮੰਜੇ ਤੇ ਅੰਤਲੇ ਸਵਾਸ ਲੈ ਰਿਹਾ ਸੀ ਪੁੱਤਰ ਘਰ ਦੇ ਵਿੱਚ, ਤੇ ਮੇਰੇ ਨਾਲ ਦੇ ਘਰ ਦੇ ਵਿੱਚ ਇੱਕ ਆਦਮੀ ਮੱਛੀ ਦਾ ਮੀਟ ਬਣਾ ਰਿਹਾ ਸੀ। ਜਿਸ ਮੀਟ ਬਣਨ ਦੀ ਵਾਸ਼ਨਾ, ਉਹਦੇ ਤਲਣ ਦੀ ਵਾਸ਼ਨਾ ਮੇਰੇ ਨੱਕ ਨੂੰ ਚੜੀ। ਮਰਦੇ ਵਕਤ ਮੇਰੇ ਮਨ ਵਿੱਚ ਖਿਆਲ ਆਇਆ ਕਿ ਕਿਤੇ ਮਾਸ ਮੈਨੂੰ ਖਾਣ ਨੂੰ ਮਿਲ ਜਾਏ। ਕਹਿੰਦੇ ਨੇ ਇਸ ਵਾਸ਼ਨਾ ਦਾ ਧਾਰਨੀ ਮੈਂ ਹੋ ਗਿਆ। ਉਸ ਵਕਤ ਮੇਰੇ ਸਵਾਸ ਨਿਕਲ ਗਏ। ਮੇਰੀ ਵਾਸ਼ਨਾ ਲਈ ਦੀ ਸਜ਼ਾ ਮੈਨੂੰ ਬਘਿਆੜ ਦੀ ਜੂਨ ਮਿਲੀ। ਅੰਤ ਮਰਨ ਵੇਲੇ ਮੈਂ ਵਾਸ਼ਨਾ ਲਈ ਸੀ। ਆਪਾਂ ਕੱਲ ਵੀ ਗੁਰੂ ਕੀ ਬਾਣੀ ਦੇ ਬਚਨ ਸਰਵਣ ਕੀਤੇ ਨੇ ਕਿ ਜਿਹੋ ਜੀ ਮਰਨ ਵੇਲੇ ਇੱਛਾ ਰੱਖਾਂਗੇ ਉਹੋ ਜੀ ਜੂਨ ਪ੍ਰਾਪਤ ਹੁੰਦੀ ਹੈ। ਜਿਹੜੇ ਤੇ ਆਪਣੇ ਘਰ ਨੂੰ ਸਿਮਰਨਗੇ, ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਤ੍ਰਿਪਤਾ ਮੈਂ ਜੇ ਮਰੈ, ਪ੍ਰੇਤ ਜੋੜ ਵੱਲ ਵੱਲ ਔਤ। ਕਹਿੰਦੇ ਨੇ ਅੰਤ ਕਾਲ ਜਿਹੜਾ ਇਨਸਾਨ ਆਪਣੇ ਘਰ ਨੂੰ ਸਿਮਰਦਾ ਹੈ, ਆਪਣੀ ਜਾਦੋ ਜਾਇਦਾਦ ਨੂੰ, ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪ੍ਰੇਤ ਦੀ ਜੋੜ ਪੈਂਦਾ ਹੈ। ਜਿਹੜਾ ਆਪਣੇ ਬੱਚਿਆਂ ਨੂੰ ਸਿਮਰੇ ਉਹਨੂੰ ਸੂਰੀ ਦੀ ਜੋੜ ਮਿਲਦੀ ਕਿ ਲੈ ਹੁਣ ਬੱਚੇ ਹੀ ਸਾਂਭ ਆਪਣੇ। ਜਿਹੜਾ ਮਾਇਆ ਨੂੰ ਸਿਮਰੇ ਉਹਨੂੰ ਸੱਪ ਦੀ ਜੋੜ ਮਿਲਦੀ, ਲੈ ਹੁਣ ਸਾਰੀ ਉਮਰ ਮਾਇਆ ਪਿੱਛੇ ਆਪਣਾ ਤਨ ਘੜੀਸਦਾ ਰਿਹਾ, ਹੁਣ ਧਰਤੀ ਦੇ ਨਾਲ ਆਪਣਾ ਤਨ ਘੜੀਸ ਕੇ ਚੱਲ, ਤੈਨੂੰ ਪਤਾ ਲੱਗੇ ਕਿ ਤੈਨੂੰ ਕਿਵੇਂ ਦੁੱਖ ਪੈਂਦਾ ਹੈ। ਇਤਿਆਦਿਕ ਇਹਦਾ ਪਿਤਾ ਨੇ ਸਾਰੀ ਗੱਲ ਇਹਨੂੰ ਦੱਸੀ ਹੈ। ਇੰਨੀ ਗੱਲ ਸੁਣ ਕਰਕੇ ਬਹੁਤਾ ਹੈਰਾਨ ਹੋਇਆ। ਹੈਰਾਨ ਹੋ ਕਰਕੇ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਸ ਆ ਜਾਣਾ ਕੀਤਾ। ਇਤਿਆਦਿਕ ਜਿਹੜੀ ਕਥਾ ਵਿਚਾਰ ਸੀ ਆਪ ਜੀ ਨੇ ਕੱਲ ਦੀ ਦੀਵਾਨਾਂ ਵਿੱਚ ਸਰਵਣ ਕੀਤੀ। ਆਓ ਅੱਗੇ ਕਿਵੇਂ ਕਵੀ ਭਾਈ ਸੰਤੋਖ ਸਿੰਘ ਜੀ ਵਿਚਾਰ ਬਖਸ਼ਦੇ ਨੇ, ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਦੇ। ਹੱਟ ਕਰ ਸਦਨ ਵਿਖੈ ਚਲ ਆਵਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਦੱਸੇ ਹੋਏ ਮਾਰਗ ਤੇ ਜਾ ਕੇ ਆਪਣੇ ਪਿਤਾ ਨੂੰ ਭੋਜਨ ਛਕਾ ਕਰਕੇ ਤੇ ਪਿਤਾ ਦੀ ਗਤੀ ਕਰ ਕਰਕੇ
ਇਹ ਦੁਨੀ ਚੰਦ ਆਪਣੇ ਘਰ ਦੇ ਵਿੱਚ ਵਾਪਸ ਆਇਆ ਹੈ। ਨਾਨਕ ਬੈਸੀ ਜੇ ਥਾਵਾ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵਿਰਾਜਮਾਨ ਸਨ, ਦੁਨੀ ਚੰਦ ਸੱਚੇ ਪਾਤਸ਼ਾਹ ਜੀ ਦੇ ਕੋਲ ਆਉਣਾ ਕੀਤਾ ਹੈ। ਹਰ ਬੰਧਨ ਉਸਤਤ ਬਹੁ ਭਾਤੀ ਜਿਹੜੇ ਪਿੱਛੇ ਮੁੜ ਕੇ ਘਰ ਨੂੰ ਆਇਆ, ਗੁਰੂ ਜੀ ਦਾ ਐਸਾ ਕੌਤਕ ਵੇਖ ਕਰਕੇ ਬਹੁਤੀ ਜ਼ਿਆਦੀ ਗੁਰੂ ਜੀ ਦੀ ਮਹਿਮਾ ਕੀਤੀ ਹੈ। ਆਸ ਧਾਮ ਮੈਂ ਭਾਵ ਲਾਖੀ ਬਹੁਤੀ ਜ਼ਿਆਦੀ ਜਿਹੜੀ ਇੱਛਾ ਹੈ ਨਾ, ਸਤਿਗੁਰੂ ਸਾਹਿਬ ਮਹਾਰਾਜ ਜੀਆਂ ਦੇ ਪ੍ਰਥਾਏ ਕਰਨਾ ਕੀਤੀ ਹੈ ਜੀ। ਮਗਰ ਈਸ਼ਰ ਰੱਖੋ ਗੁਰ ਆਪ ਤੇ ਸਤਿਗੁਰੂ ਜੀ ਦੀ ਮਹਿਮਾ ਕਰਨ ਲੱਗਾ, ਕਹਿਣ ਲੱਗਾ ਸਤਿਗੁਰੂ ਜੀ ਆਪ ਜੀਆਂ ਦੇ ਕੌਤਕ ਕਿੱਡੇ ਬੇਅੰਤ ਨੇ। ਨਗਤ ਈਸ਼ਵਰ ਰੂਪ ਉਜਾਗਰ, ਤੁਹਾਡਾ ਮਹਾਰਾਜ ਰੂਪ ਬੜਾ ਉਜਾਗਰ ਹੈ। ਸਤਿਗੁਰੂ ਜੀ ਆਪ ਪਰਮਾਤਮਾ ਦੇ ਸਵਰੂਪ ਹੋ, ਕਿਉਂਕਿ ਤੁਹਾਡੇ ਗੁਣਾਂ ਨੂੰ ਜਾਣਿਆ ਨਹੀਂ ਜਾ ਸਕਦਾ। ਮਹਾਰਾਜ ਇੰਨੇ ਬੇਅੰਤ ਤੁਹਾਡੇ ਕੌਤਕ ਕਿੱਥੋਂ ਆਪ ਜੀ ਚੱਲ ਕੇ ਆਏ, ਕੀ ਕਾਰਨ ਬਣਿਆ? ਮੈਂ ਸ਼ਰਾਧ ਕਰਵਾਏ, ਮੈਨੂੰ ਸਿੱਖਿਆ ਦਿੱਤੀ, ਮੇਰਾ ਉਧਾਰ ਕੀਤਾ, ਮੇਰੇ ਪਿਤਾ ਦਾ ਉਧਾਰ ਕੀਤਾ ਜੋ ਲੰਮੇ ਸਮੇਂ ਤੋਂ ਬਘਿਆੜ ਦੀ ਜੂਨ ਭੋਗ ਰਿਹਾ ਸੀ। ਮਹਾਰਾਜ ਆਪ ਜੀਆਂ ਦੇ ਕੌਤਕ ਬਹੁਤ ਬੇਅੰਤ ਨੇ ਸੱਚੇ ਪਾਤਸ਼ਾਹ ਜੀ। ਆਪ ਪਰਮਾਤਮਾ ਦਾ ਸਵਰੂਪ ਹੋ, ਸਵਰਤ ਸਰਬ ਸੁਖ ਸਾਗਰ। ਗੁਰੂ ਜੀ ਆਪ ਸਭਨਾ ਦੇ ਕਰਤਾ ਕਰਤਾ ਹੋ, ਸਮਰੱਥ ਸਤਿਗੁਰੂ ਸਾਹਿਬ ਜੀ ਹੋ। ਭਗਤ ਵਛਲ ਕਰਨਾ ਸੁਆਮੀ, ਸਤਿਗੁਰੂ ਜੀ ਆਪ ਭਗਤ ਵਛਲ ਹੋ, ਕਿਰਪਾ ਦੇ ਦਾਤੇ ਹੋ ਜੀ। ਬੰਦ ਪ੍ਰਭ ਅੰਤਰਜਾਮੀ, ਇਹ ਦੀਨਾ ਬੰਧੂ ਸਤਿਗੁਰੂ ਅੰਤਰਜਾਮੀ ਸੱਚੇ ਪਾਤਸ਼ਾਹ ਜੀ। ਸੇਵਾ ਕਰਨ ਬੁਝੇ ਫਰਮਾਵਹੁ। ਮਹਾਰਾਜ ਆਪ ਜੀ ਹੁਣ ਕਿਰਪਾ ਕਰੋ, ਅੱਗੇ ਹੋਰ ਸੇਵਾ ਕਰਨ ਦੀ ਦਾਤ ਮੈਨੂੰ ਬਖਸ਼ੋ। ਸੰਤਨ ਕੇ ਹਿਤ ਚਿਤ ਭਾਵੋ, ਕਿਉਂਕਿ ਤੁਸੀਂ ਸੰਤਾਂ ਦੇ ਚਿੱਤ ਨੂੰ ਸਦਾ ਹੀ ਚੰਗੇ ਲੱਗਦੇ ਹੋ। ਮਹਾਰਾਜ ਤੁਹਾਡੀ ਕਰਨੀ ਰੱਬ ਦੇ ਪਿਆਰਿਆਂ ਨੂੰ ਸਦਾ ਹੀ ਭਾਉਂਦੀ ਹੈ। ਕਰਤ ਹੈ ਕੋ ਕਰਨ ਇਹ ਸੁਣ ਕਰ ਤੇ ਕੋ ਕਰਨ ਕਿਰਤਾਰਥ। ਇਵੇਂ ਜਦੋਂ ਮਹਾਰਾਜ ਜੀ ਨੇ ਨਿਮਰਤਾ ਭਰੇ ਸਾਧ ਸੰਗਤ ਜੀ ਬਚਨ ਸੁਣੇ ਨੇ, ਤੇ ਉਹਦੇ ਤਾਈਂ ਬਖਸ਼ਿਸ਼ਾਂ ਕਰਨ ਵਾਸਤੇ, ਦੁਨੀ ਚੰਦ ਦਾ ਉਧਾਰ ਕਰਨ ਵਾਸਤੇ ਦੇਨ ਹਾਰ ਪਰਮਾਰਥ। ਪਰਮਾਰਥ ਨੂੰ ਦੇਣ ਵਾਲੇ ਗੁਰੂ ਜੀ ਉਸ ਵਕਤ ਬੋਲੇ ਨੇ ਸੱਚੇ ਪਾਤਸ਼ਾਹ ਜੀ ਨੇ ਦੁਨੀ ਚੰਦ ਦੇ ਪ੍ਰਥਾਏ ਬਚਨ ਕੀਤੇ ਹਨ। ਆਪਣੀ ਸੂਚੀ ਰੱਖੋ ਸੁਭਾਰੀ। ਸਤਿਗੁਰੂ ਜੀ ਕਹਿੰਦੇ ਨੇ ਕਿ ਤੈਨੂੰ ਹਾਲੇ ਹੋਰ ਸਿੱਖਿਆ ਦੇਣੀ ਹੈ, ਕਿ ਹਾਲੇ ਤੇਰੀ ਸਿੱਖਿਆ ਪੂਰੀ ਨਹੀਂ ਹੋਈ, ਤੇਰਾ ਉਪਦੇਸ਼ ਪੂਰਾ ਨਹੀਂ ਹੋਇਆ। ਮਹਾਰਾਜ ਜੀ ਦੀ ਪਰਖ ਕਰਨ ਵਾਸਤੇ ਨੂੰ ਬਚਨ ਕਰਨ ਲੱਗੇ ਕਿ ਆ ਲੈ, ਤੈਨੂੰ ਇੱਕ ਸੂਈ ਅਸੀਂ ਦਿੰਨੇ ਆ। ਇਹ ਨਿੱਕੀ ਜੀ ਸੂਈ ਹੈ, ਜਿਹਦੇ ਨਾਲ ਤੋਪਾ ਗੰਢਿਆ ਜਾਂਦਾ ਹੈ। ਇਹਨੂੰ ਤੂੰ ਦੁਨੀ ਚੰਦ ਸਾਂਭ ਕਰਕੇ ਰੱਖਣਾ ਕਰ। ਲੇਵੋਗੇ ਪਰਲੋਕ ਅਗਾਰੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਦੁਨੀ ਚੰਦ ਜੀ ਸੂਈ ਨੂੰ ਸੰਭਾਲ ਲਵੋ। ਇਹ ਜਿਹੜੀ ਸੂਈ ਹੈ ਨਾ, ਅੱਗੇ ਜਦੋਂ ਪਰਲੋਕ ਦੇ ਵਿੱਚ ਆਵੋਗੇ ਤੇ ਤੁਹਾਡੇ ਕੋਲੋਂ ਅਸੀਂ ਲੈ ਲੈਣਾ ਕਰਾਂਗੇ। ਤੇਰੀ ਪਹਿਚਾਣ ਕਰਕੇ, ਆਪਣੀ ਅਮਾਨਤ ਨੂੰ ਯਾਦ ਰੱਖ ਕੇ ਤੇਰੇ ਕੋਲੋਂ ਅਸੀਂ ਵਾਪਸ ਇਹ ਸੂਈ ਪਰਲੋਕ ਦੇ ਵਿੱਚ ਲੈ ਲੈਣਾ ਕਰਾਂਗੇ ਜੀ। ਹਮਾਰੀ ਸੇਵਾ ਕਰੀ ਐ ਤੋਹੀ, ਇਹ ਹਮਾਰੀ ਸੇਵਾ ਦੇ ਤੋਹੀ, ਤੂੰ ਸਾਡੀ ਸੇਵਾ ਕੀਤੀ ਹੈ, ਅਸੀਂ ਵੀ ਤੈਨੂੰ ਇਹ ਸੇਵਾ ਦੇਨੇ ਆ, ਇਹਨੂੰ ਸੰਭਾਲ ਕਰਕੇ ਰੱਖਣਾ ਕਰੀ। ਔਰ ਨਾ ਕਸ਼ਬ ਲਾਖਾ ਮੋਹੀ, ਔਰ ਨਾ ਕਸ਼ਬ ਲਾਖਾ ਮੋਹੀ। ਗੁਰੂ ਸਾਹਿਬ ਜੀ ਕਹਿਣ ਲੱਗੇ ਹੋਰ ਮੇਰੇ ਮਨ ਦੇ ਵਿੱਚ ਕੋਈ ਵੀ ਅਭਲਾਖਾ ਨਹੀਂ ਹੈ, ਹੋਰ ਸਾਡੇ ਮਨ ਦੇ ਵਿੱਚ ਕੋਈ ਵੀ ਇੱਛਾ ਨਹੀਂ ਹੈ ਜੀ। ਦੁਨੀ ਚੰਦ ਅਸ ਬੈਨਾ, ਇਹ ਤਰ੍ਹਾਂ ਦੁਨੀ ਚੰਦ ਸਾਧ ਸੰਗਤ ਜੀ ਬਚਨ ਸੁਣ ਕਰਕੇ ਗੁਰੂ ਸਾਹਿਬ ਮਹਾਰਾਜ ਜੀਆਂ ਦੇ ਜੀ ਗਮਨਿਓ ਨਿਜ ਪੈਨਾ। ਜਿਹੜੀ ਸੂਈ ਹੈ ਨਾ, ਸੱਚੇ ਪਾਤਸ਼ਾਹ ਜੀ ਦੀ ਮਾਨਤ ਮਨ ਵਿੱਚ ਸੋਚ ਰਿਹਾ ਕਿ ਸ਼ਾਇਦ ਸੱਚੀ ਗੁਰੂ ਸਾਹਿਬ ਮਹਾਰਾਜ ਜੀ ਮੈਥੋਂ ਪਰਲੋਕ ਦੇ ਵਿੱਚ ਲੈਣਗੇ ਸੂਈ, ਪਰ ਗੁਰੂ ਜੀ ਨੇ ਇਹਦੀ ਪਰਖ ਕਰਨੀ ਹੈ। ਸੂਈ ਲਈ ਹੈ, ਆਪਣੇ ਹੱਥਾਂ ਵਿੱਚ ਫੜੀ ਹੈ, ਚੰਗੀ ਤਰ੍ਹਾਂ ਨੂੰ ਸਾਂਭਿਆ ਤੇ ਸਾਂਭ ਕਰਕੇ ਸਾਧ ਸੰਗਤ ਜੀ ਆਪਣੇ ਘਰ ਨੂੰ ਲੈ ਜਾਣਾ ਕੀਤਾ ਹੈ। ਭਾਰਨਾ ਸੋ ਇਸ ਸੂਈ, ਕਹਿੰਦੇ ਨੇ ਕਿ ਕਹੇ ਭਾਰ ਜਾ ਸੋ ਬਚ ਸੋਈ ਮਰਨਾ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਜੋ ਦਿੱਤੀ ਸੂਈ ਜਾ ਕਰਕੇ ਆਪਣੀ ਪਤਨੀ ਨੂੰ ਵਿਖਾਈ ਹੈ। ਜੀ ਰੱਖ ਜਾਏ ਨਾ ਕੋਈ, ਕਹਿ ਲੱਗਾ ਕਿ ਆ ਮੇਰੇ ਸੱਚੇ ਮੁਰਸ਼ਿਦ ਨੇ ਦਿੱਤੀ ਹੈ ਸੂਈ, ਤੇ ਇਹਨੂੰ ਸਾਂਭ ਕਰਕੇ ਰੱਖ ਲੈਣਾ ਕਰ। ਭਾਵ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੀ ਮਾਨਤ ਦਿੱਤੀ ਹੈ
ਤੇ ਇਹ ਭਗਵਾਨੇ ਨੂੰ ਸਾਂਭ ਕਰਕੇ ਆਪਣੇ ਘਰ ਦੇ ਵਿੱਚ ਰੱਖ ਲੈਣਾ ਕਰ। ਗੁਰਦੇਵ ਪਰਲੋਕ ਮੋਹੀ। ਤੇ ਗੁਰੂ ਜੀ ਨੇ ਕਿਹਾ ਹੈ ਕਿ ਜਿਹੜੀ ਸੂਈ ਹੈ ਨਾ ਤੇਰੇ ਕੋਲੋਂ ਪਰਲੋਕ ਦੇ ਵਿੱਚ ਅਸੀਂ ਲੈਣਾ ਕਰਾਂਗੇ। ਅਵਤਾਨ ਲੈ ਸੋ ਨਾਹੀ। ਤੇ ਹੋਰ ਸਥਾਨ ਤੇ ਕਿਤੇ ਵੀ ਨਹੀਂ ਲੈਣਗੇ, ਕੇਵਲ ਤੇ ਕੇਵਲ ਪਰਲੋਕ ਦੇ ਵਿੱਚ ਮੇਰੇ ਮੇਲੇ ਹੋਣਗੇ ਤੇ ਮੈਂ ਇਹ ਸੂਈ ਮਹਾਰਾਜ ਜੀ ਨੂੰ ਦੇਣਾ ਕਰਾਂਗਾ। ਭਲੀ ਪ੍ਰਕਾਰ ਸੰਭਾਰੀ। ਉਸ ਵਕਤ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਦੇ ਬਚਨ ਕਹਿਣ ਲੱਗੇ, ਰਾਖੋ ਬੜੀ ਪ੍ਰਕਾਰ ਸੰਭਾਰੀ। ਇਸ ਕਰਕੇ ਮੇਰੇ ਗੁਰੂ ਦੇ ਬਚਨ ਨੇ ਕਿ ਇਹਨੂੰ ਬੜੇ ਤਰੀਕੇ ਦੇ ਨਾਲ ਸਾਂਭ ਕਰਕੇ ਰੱਖ ਲੈਣਾ ਕਰ। ਤਬ ਲੈ ਹੈ ਜਬ ਲਿਹੋ ਅਗਾਰੀ। ਤਬ ਲੈ ਹੈ ਜਬ ਲਿਹੋ ਅਗਾਰੀ। ਮੈਂ ਉਦੋਂ ਦਊਂਗਾ ਜਦੋਂ ਗੁਰੂ ਸਾਹਿਬ ਮਹਾਰਾਜ ਜੀ ਮੇਰੇ ਤੋਂ ਪਰਲੋਕ ਵਿੱਚ ਜਾ ਕਰਕੇ ਮੰਗਣਗੇ। ਕਹਿਣ ਲੱਗਾ ਸਾਂਭ ਲੈ, ਗੁਰੂ ਜੀ ਮੈਨੂੰ ਪਰਲੋਕ ਦੇ ਵਿੱਚ ਮਿਲਣਗੇ ਤਾਂ ਮੈਂ ਗੁਰੂ ਜੀ ਨੂੰ ਇਹ ਅਮਾਨਤ ਗੁਰੂ ਦੀ ਦਵਾਂਗਾ ਪਰਲੋਕ ਦੇ ਵਿੱਚ ਜਾ ਕੇ। ਇਸ ਕਰਕੇ ਇਹਨੂੰ ਸਾਂਭ ਕਰਕੇ ਰੱਖ ਲੈਣਾ ਕਰ। ਤੇ ਕਰੇ ਬਚ ਐਸੇ। ਤੇ ਐਵੇਂ ਜਦੋਂ ਬਚਨ ਕੀਤੇ ਨੇ ਪਤਨੀ ਦੇ ਨਾਲ, ਹੁਣ ਜਿਹੜੀ ਦੁਨੀ ਚੰਦ ਦੀ ਪਤਨੀ ਸੀ, ਸ਼ਰਧਾ ਰੱਖਣ ਵਾਲੀ ਸੀ ਪ੍ਰਮਾਤਮਾ ਦੇ ਵਿੱਚ, ਗਿਆਨੀ ਧਿਆਨੀ ਸੀ, ਗਿਆਨ ਸੀ ਇਹਨੂੰ। ਤੇ ਐਵੇਂ ਉਹਨੇ ਜਦੋਂ ਇਹਦੇ ਬਚਨ ਸੁਣੇ ਨੇ ਕਿ ਮੈਂ ਪਰਲੋਕ ਵਿੱਚ ਸੂਈ ਲੈ ਕੇ ਜਾਵਾਂਗਾ ਤੇ ਗੁਰੂ ਜੀ ਨੂੰ ਵਾਪਸ ਦਵਾਂਗਾ, ਇਹ ਬਚਨ ਸੁਣ ਕਰਕੇ ਸੱਚੇ ਪਾਤਸ਼ਾਹ ਜੀ ਦੇ ਪਰਥਾਏ ਦੀ ਪਤਨੀ ਨੇ ਬਚਨ ਕੀਤੇ ਹਨ। ਆਗੇ ਲੈ ਜਾਓਗੇ ਕੈਸੇ। ਤੁਹਾਨੂੰ ਤੇ ਗੁਰੂ ਜੀ ਨੇ ਤੁਹਾਡੀ ਪਰਖ ਕਰਨੀ ਸੀ, ਤੁਸੀਂ ਪਰਖ ਵਿੱਚ ਖਰੇ ਨਹੀਂ ਉਤਰੇ। ਗੱਲ ਤਾਂ ਐਵੇਂ ਹੈ, ਗੱਲ ਇਹ ਹੈ ਕਿ ਸੱਚ ਇਹ ਆ ਕਿ ਤੁਸੀਂ ਪਰਲੋਕ ਵਿੱਚ ਸੂਈ ਲੈ ਕਰਕੇ ਕਿਵੇਂ ਜਾਓਗੇ। ਪਰਲੋਕ ਦੇ ਵਿੱਚ ਤਾਂ ਬੰਦੇ ਦੇ ਕੇਸ ਤੱਕ ਵੀ ਤਨ ਦੇ ਸੜ ਜਾਂਦੇ ਨੇ, ਇੱਕ ਵਸਤੂ ਵੀ ਦੁਨਿਆਵੀ ਨਾਲ ਨਹੀਂ ਜਾਂਦੀ, ਤੁਸੀਂ ਸੂਈ ਨਾਲ ਖੜਨ ਦੀ ਗੱਲ ਕਰਦੇ ਹੋ। ਇਹ ਪਤੀ ਪਰਮੇਸ਼ਰ, ਇਹ ਸੂਈ ਤੁਸੀਂ ਕਿਵੇਂ ਨਾਲ ਲੈ ਕਰਕੇ ਜਾਓਗੇ। ਇਹ ਵਿਚਾਰੀ। ਤੇ ਇਹ ਜਿਹੜੀ ਗੱਲ ਹੈ ਨਾ, ਇਹਨੂੰ ਵਿਚਾਰ ਲੈਣਾ ਕਰੋ ਕਿ ਸੂਈ ਥੋੜਾ ਤੁਹਾਡੇ ਨਾਲ ਪਰਲੋਕ ਦੇ ਵਿੱਚ ਜਾਵੇਗੀ। ਇੱਕ ਸੰਗੀ ਜੋ ਦੇਹ ਵਿਚਾਰੀ। ਤੇ ਇੱਕ ਸੰਗੀ ਜੋ ਦੇਹ, ਨਿਤ ਸੰਗੀ ਜੋ ਦੇਹ ਵਿਚਾਰੀ, ਸਦਾ ਨਾਲ ਰਹਿਣ ਵਾਲੀ ਜਿਹੜੀ ਚੀਜ਼ ਹੈ ਨਾ, ਉਹ ਹੈ ਬੰਦੇ ਦੀ ਆਤਮਾ। ਇਹ ਆਤਮਾ ਪਰਲੋਕ ਦੇ ਵਿੱਚ ਜਾਊਗੀ। ਇਹਦਾ ਲੇਖਾ ਜੋਖਾ ਤੁਹਾਨੂੰ ਉਸ ਅਕਾਲ ਪੁਰਖ ਪਰਮਾਤਮਾ ਨੂੰ ਦੇਣਾ ਪੈਣਾ ਹੈ। ਇਹ ਸੂਈ ਥੋੜਾ ਤੁਹਾਡੇ ਨਾਲ ਜਾਣੀ ਹੈ। ਇਵੇਂ ਸਾਧ ਸੰਗਤ ਜੀ ਬਚਨ ਕੀਤਾ ਹੈ। ਸੋ ਵੀ ਜਾਏ ਨਾ ਸਕੈ ਅਗਾਰੀ। ਕਹਿੰਦੇ ਨੇ ਕਿ ਜਿਹੜੀ ਇਹ ਦੇਹ ਹੈ ਨਾ, ਦੇਹ ਬੰਦੇ ਦਾ ਸਰੀਰ ਆਤਮਾ ਤੇ ਜਾਵੇਗੀ। ਤੁਸੀਂ ਸੂਈ ਖਟਣ ਦੀ ਗੱਲ ਕਰਦੇ ਹੋ, ਬੰਦੇ ਦਾ ਸਰੀਰ ਵੀ, ਸਰੀਰ ਦਾ ਇੱਕ ਅੰਗ ਵੀ, ਇੱਕ ਕੇਸ ਵੀ ਪਰਲੋਕ ਦੇ ਵਿੱਚ ਤੁਹਾਡੇ ਨਾਲ ਨਹੀਂ ਜਾਣਾ। ਸੋਨ ਵਿਚਾਰ ਕਰ ਸੋ ਲੈ ਆਵਾ। ਤੇ ਐਵੇਂ ਜਦੋਂ ਵਿਚਾਰ ਕੀਤੀ ਪਤਨੀ ਨੇ, ਉਲਾਮਾ ਦੇ ਦਿੱਤਾ, ਕੁਝ ਸਮਝਾਇਆ ਕਿ ਭਾਈ ਕਿੱਥੇ ਜਾਣ ਵਾਲੀ ਸੂਈ ਹੈ, ਬੰਦੇ ਦੀ ਇੱਕ ਵਸਤੂ ਵੀ ਨਾਲ ਨਹੀਂ ਜਾਂਦੀ। ਤੇ ਸੂਈ ਨੂੰ ਚੱਕਿਆ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਕੋਲ ਸਾਧ ਸੰਗਤ ਜੀ ਲੈ ਕਰਕੇ ਦੁਨੀ ਚੰਦ ਵਾਪਸ ਆ ਗਿਆ। ਆਸ ਬੈਸ ਕਰ ਬੈਨ ਅਲਾਵਾ। ਆਸ ਬੈਠਾ ਹੈ ਗੁਰੂ ਸਾਹਿਬ ਮਹਾਰਾਜ ਜੀਆਂ ਦੇ ਤੇ ਮਹਾਰਾਜ ਜੀ ਨੂੰ ਬਚਨ ਕਹਿਣ ਲੱਗਾ। ਕੀ ਕਹਿੰਦਾ ਹੈ, ਆਓ ਪਿਆਰ ਦੇ ਨਾਲ ਸੁਣੀਏ ਜੀ। ਮੈਂ ਆਗੈ ਇਹ ਸੂਚੀ ਜਾ। ਕਹਿਣ ਲੱਗਾ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਤੁਸੀਂ ਇਹ ਪਰਲੋਕ ਦੇ ਵਿੱਚ ਲੈਣ ਦੀ ਗੱਲ ਕਰਦੇ, ਕੋਈ ਸੂਈ ਪਰਲੋਕ ਵਿੱਚ ਲੈ ਲਵਾਂਗੇ ਤੇਰੇ ਕੋਲੋਂ, ਪਰ ਇਹ ਤਾਂ ਇਸ ਦੁਨੀਆ ਤੋਂ ਮੇਰੇ ਨਾਲ ਮਰ ਕਰਕੇ ਜਾਵੇਗੀ ਨਹੀਂ। ਇਹ ਵਿਦ ਮੋਤੇ ਨਹਿ ਬਨ ਆਵੇ। ਇਹ ਵਿਦ ਮੋਤੇ ਨਹੀਂ ਬਣ ਆਵੇ। ਕਹਿਣ ਲੱਗਾ ਕਿ ਐਵੇਂ ਮੇਰੇ ਪਾਸੋਂ ਬਣ ਨਹੀਂ ਆਵੇਗੀ। ਬੋਲੇ ਬਚਨ ਜਬੈ ਜਗਤੇ ਸਾ। ਜਦੋਂ ਸੱਚੇ ਪਾਤਸ਼ਾਹ ਜੀ ਨੇ ਬਚਨ ਸੁਣੇ ਨੇ, ਉਸ ਵਕਤ ਜਗਤ ਦੇ ਸੁਆਮੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ। ਉਸ ਸਮੇਂ ਤੀਨ ਉਪਦੇਸ਼। ਮਹਾਰਾਜ ਜੀ ਕਹਿਣ ਲੱਗੇ, ਹਾਂ ਹੁਣ ਤੁਸੀਂ ਇਹ ਸਮਾਂ ਪਾ ਲਿਆ ਉਪਦੇਸ਼ ਲੈਣ ਵਾਲਾ। ਸਤਿਗੁਰੂ ਜੀ ਨੇ ਸਮਝ ਲਿਆ ਕਿ ਇਹਨੂੰ ਹੁਣ ਸੋਝੀ ਆ ਗਈ ਹੈ ਕਿ ਇੱਕ ਸੂਈ ਵੀ ਬੰਦੇ ਦੇ ਨਾਲ ਮਰ ਕਰਕੇ ਨਹੀਂ ਜਾਂਦੀ ਪਰਲੋਕ ਦੇ ਵਿੱਚ। ਜਾ ਸੰਚਿਓ ਦਰਬਾਰ। ਕਹਿੰਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਫਿਰ ਬਚਨ ਕਰਨ ਲੱਗੇ ਕਿ ਦੁਨੀ ਚੰਦ, ਅਸੀਂ ਤੈਨੂੰ ਕਿਹਾ ਸੀ ਕਿ ਸੂਈ ਤੇਰੇ ਨਾਲ ਜਾਵੇਗੀ, ਤੂੰ ਕਹਿੰਦਾ ਹੈ ਕਿ ਮਰ ਕਰਕੇ ਬੰਦੇ ਦੇ ਨਾਲ ਕਿਣਕਾ ਵੀ ਨਹੀਂ ਜਾਂਦਾ। ਫਿਰ ਤੈਨੂੰ ਅਸੀਂ ਬਚਨ ਕਰਦੇ ਆ, ਤੂੰ ਲਾਹੌਰ ਨਗਰ ਦਾ ਸਭ ਤੋਂ ਧਨਾੜ ਆਦਮੀ, ਧਨੀ ਪੁਰਸ਼, ਤੂੰ 7 ਲੱਖ ਰੁਪਈਆ ਜੋੜਿਆ ਹੈ, ਕੀ ਇਹ ਤੇਰੇ ਨਾਲ ਜਾਵੇਗਾ? ਕੀ ਮਾਇਆ ਤੇਰੇ ਨਾਲ ਜਾਵੇਗੀ? ਤੂੰ ਘਰ ਪਰਿਵਾਰ ਮੋਹ ਦੇ ਵਿੱਚ ਫਸਿਆ ਹੈ,
कि ये माया दा मोह तेरे नाल जावेगा। इवें सच्चे पातशाह जी ने बचन कीते। सो कैसे ले जावो सरबा। महाराज जी कह लगे इन्ना धन इन्नी जादो जायदाद जी दे मोह विच फसिया पिया है, माया दे लंगर लाई जा रहे हैं, कि ये तेरे नाल जावेगी। सानू दस कि ओदे विच फस के मोह दे चिकड़ विच फस करके जिंदगी बतीत कर रहे हैं, कि ये चीज़ां तेरे नाल जाणगियां वस्तुआं। तू कहना है कि सुई तो मेरे नाल नहीं जानी, पर फिर माया की क्यों आस ला करके रखी है। संच करे बहुकाल मल। ते बहुता ज्यादा पापां दे नाल धन जिहड़ा तू इकट्ठा कीता होया है। झूठ करत है ते कई वारी झूठ भी बोलना पैंदा अपने मुनाफे दे लई। किसी वस्तु का तेनू मुल वध भी दसना पैंदा लोकां नू अपना मुनाफा कढण दे लई। इवें व्यापारी करदे आ ना, अपना फायदा वेखण दे लई असीं मुल वध दस दिंदे आ, पर किसी वस्तु का वध मुल दसिया ਉਹ ਇੱਕ ਇੱਕ ਹਿਸਾਬ ਕਿਤਾਬ ਸਾਡੇ ਨਾਲ ਹੋਣਾ ਹੈ। ਭਾਵੇਂ ਅਗਲੇ ਜਨਮ ਵਿੱਚ ਹੋਵੇ, ਭਾਵੇਂ ਆਉਣ ਵਾਲੇ 7 ਜਨਮਾਂ ਤੋਂ ਬਾਅਦ ਹੋਵੇ, ਕਿਤੇ ਨਾ ਕਿਤੇ ਜਾ ਕਰਕੇ ਗੁਰੂ ਸਾਹਿਬ ਬਰਾਬਰ ਜ਼ਰੂਰ ਕਰਦਾ ਹੈ। ਧੱਕਾ ਧੋਖਾ ਫਰੇਬ ਚੁਗਲੀ ਤਿਆਗ ਕਿਸੇ ਦੀ ਕਰਾਂਗੇ, ਕਿਸੇ ਨਾਲ ਈਰਖਾ ਦਵੈਸ਼ ਰੱਖਾਂਗੇ, ਮਨ ਦੇ ਵਿੱਚ ਮਨੋ ਭਾਵਨਾ ਰੱਖਾਂਗੇ, ਸਾਧ ਸੰਗਤ ਜੀ ਗੁਰੂ ਇਹਦਾ ਬਦਲਾ ਜ਼ਰੂਰ ਲਏਗਾ। ਸਮਾਂ ਬੜਾ ਬਲਵਾਨ ਹੈ। ਬੰਦਾ ਭਾਵੇਂ ਆਪਣਾ ਰਿਸ਼ਤੇਦਾਰ ਜਾਣ ਕੇ, ਆਪਣਾ ਸਾਖ ਸੰਬੰਧੀ ਜਾਣ ਕੇ ਅਸੀਂ ਕਹਿ ਦਿੰਦੇ ਚਲੋ ਕੋਈ ਗੱਲ ਨਹੀਂ, ਇਹਨੇ ਘਟਨਾ ਕਰ ਦਿੱਤੀ, ਮਾਫ ਕਰ ਦਿੰਦੇ ਆ। ਪਰ ਜਿਹੜਾ ਸਮਾਂ ਹੈ ਨਾ, ਸਮੇਂ ਨੇ ਤੇ ਨਾ ਤੇਰੇ ਸਕੇ ਪਿਓ ਨੂੰ ਬਖਸ਼ਣਾ, ਨਾ ਤੇਰੀ ਸਕੀ ਮਾਂ ਨੂੰ, ਭੈਣ ਭਾਈ ਤਿਆਦਕ ਸਾਖ ਸੰਬੰਧੀ ਕਿਸੇ ਨੂੰ ਨਹੀਂ ਉਹਨੇ ਬਖਸ਼ਣਾ। ਜੇ ਤੇਰੇ ਨਾਲ ਕੋਈ ਧੋਖਾ ਫਰੇਬ ਕਰੇਗਾ, ਉਹਦਾ ਬਦਲਾ ਸਮਾਂ ਜ਼ਰੂਰ ਲਵੇਗਾ। ਸਮਾਂ ਕੀ ਹੈ? ਕਾਲ। ਕਾਲ ਕੀ? ਕਾਲ ਪੁਰਖ ਪਰਮਾਤਮਾ। ਅਕਾਲ ਪੁਰਖ ਪਰਮਾਤਮਾ ਦੇ ਹੁਕਮ ਵਿੱਚ ਸਾਰੇ ਕਾਮ ਹੋ ਰਹੇ ਨੇ। ਸੋ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਫਿਰ ਕਿਉਂ ਇਹ ਪਾਪਾਂ ਦਾ ਧਨ ਇਕੱਠਾ ਕਰਦਾ ਹੈ? ਇਹ ਤੇਰੇ ਮਰ ਕਰਕੇ ਨਾਲ ਨਹੀਂ ਜਾਣਾ ਬੰਦਿਆ। ਸੰਗ ਨਾ ਹੋਤ ਸਹਾਈ। ਇਹਨੇ ਅੱਗੇ ਇਹ ਮਾਇਆ, ਇਹ ਸਾਜੋ ਸਮਾਨ, ਇਹ ਦੁਨਿਆਵੀ ਮਾਤਾ ਪਿਤਾ ਸਾਖ ਸੰਬੰਧੀ, ਇਹ ਮਾਇਆ ਦਾ ਮੋਹ ਦਾ ਚਿੱਕੜ ਅੱਗੇ ਪਰਲੋਕ ਦੇ ਵਿੱਚ ਇਹ ਤੇਰਾ ਸਹਾਈ ਨਹੀਂ ਹੋਣਾ ਜੀ। ਸੰਜਤ ਔਦ ਬਤਾਈ। ਇਕੱਠਿਆਂ ਕਰਦਿਆਂ ਦੁਨੀ ਚੰਦਾ ਤੂੰ ਉਮਰ ਵਧਾ ਦਿੱਤੀ ਹੈ। ਤੇ ਇਨਸਾਨ ਵੀ ਇਵੇਂ ਕਰਦਾ, ਮੇਰੇ ਵਰਗੇ ਇਕੱਠਿਆਂ ਕਰਦਿਆਂ ਉਮਰ ਲੰਘ ਜਾਂਦੀ ਹੈ, ਕਮਾਈਆਂ ਕਰਦਿਆਂ ਅੰਤ ਪਤਾ ਉਦੋਂ ਚੱਲਦਾ ਜਦੋਂ ਮੌਤ ਦਾ ਬੁਲਾਵਾ ਆ ਜਾਂਦਾ। ਫਿਰ ਬੰਦਾ ਸੋਚਦਾ ਹੈ ਕਿ ਸ਼ਾਇਦ ਕੁਝ ਦਿਨ ਮੈਂ ਹੋਰ ਰਹਿ ਪਵਾਂ, ਬੰਦਗੀ ਕਰ ਲਵਾਂ, परमात्मा का नाम ध्या लवा। पर जदों फिर मौत सिर ते आके मंडराउंदी है ना, मौत काल तो पाप समा, फिर ये किसी नूं नहीं बख्शदी। ना इन्हें संत बख्शे ने, ना इन्हें पीर फकीर गुरु। एक ना एक दिन मौत नूं सारियां ने दसिया है, पर जिहड़े रब दे प्यारे ने ना, उन्हां ने मौत नूं अगे ला के खड़िया है। उन्हां ने मौत तो डरिया, उन्हां ने मौत तो डर धारण नहीं कीता। जिवें बाबा दीप सिंह जी का इतिहास पढ़ते, मौत कहती सी ना कि मैं तुहानू अगे नहीं जान देना, मैं तुहानू कहा सी ना कि तुहाडा वचन पूरा नहीं होने देना, वेख लो तेरा सिर वड्ड के रख दिता। मैं इन्ना लामा मारिया ते थल्ले नाल खड़े मीत जथेदार ने आवाज़ दिती, बाबा दीप सिंह जी ये होनी की वचन करदी है कि तुहाडा सिर लत गया, तुहानू अगे नहीं जान देना, तुसीं अरदासा सोधिया है। कहंदे ने वचन होए, खब्बे हाथ दे विच खंडा फड़िया, सज्जे हाथ दी तली ते सीस धर लिया। बाबा दीप सिंह जी ने कहंदे अगे तुर पए, वचन कीते कि तू कहनी तेनू अगे नहीं जान देना। यही बाबा दीप सिंह ये तेनू खंडे दी नोक ते अगे ला के खड़ेगा। भाई तारू सिंह जी जदों उन्हां दा खोपर लवा दिता गया सी, साध संगत जी ते की उन्हां ने वचन कीते सी, कहंदे जिन्ना चिर जकरिया नहीं मरदा उन्ना चिर असीं नहीं मरना। पाप खोपर लवा दिता मौत सिर ते, पर मौत नूं कहा सी मरना नहीं, तेनू अगे ला के खड़ांगे। कहंदे जदों जकरिया मरिया ते जकरिया नूं अगे ला के खड़िया सी भाई तारू सिंह जी ने। फिर जा करके वचन कीते, हुण सिंघां दा समां हो गया है। पर ओ विचार धन गुरु नानक साहिब महाराज जी कहंदे दुनिया दे लोग तन इकट्ठा करदियां अपनी उम्र वधा दिंदे ने। बचपन वेले आपां सोचते हैं जवानी वेले सिमरन कर लवांगे, नितनेम कर लवांगे। जदों जवानी आउंदी है, गृहस्थी जीवन का भार जिम्मेवारी
ਜਵਾਨ ਦੇ ਸਿਰ ਤੇ ਧੀ ਜਵਾਨ ਹੋਵੇ, ਪੁੱਤਰ ਜਵਾਨ ਹੋਵੇ, ਸਿਰ ਤੇ ਪੈ ਜਾਂਦੀ, ਮੋਢਿਆਂ ਤੇ ਪੈ ਜਾਂਦੀ ਹੈ। ਅੱਗੋਂ ਮਾਪੇ ਧੀ ਦਾ ਪੁੱਤ ਦਾ ਆਨੰਦ ਕਾਰਜ ਕਰਦੇ, ਗ੍ਰਸਤੀ ਜੀਵਨ ਸ਼ੁਰੂ ਹੋ ਜਾਂਦਾ ਹੈ। ਉਹਦੇ ਵਿੱਚ ਬੰਦਾ ਗ੍ਰਸਤ ਹੋ ਜਾਂਦਾ ਕਿ ਬੱਚੇ ਹੋ ਜਾਣ, ਬੱਚਿਆਂ ਦੀ ਸਿਰਦਰਦੀ, ਬੱਚਿਆਂ ਦੀ ਪਾਲਣਾ ਪੋਸ਼ਣਾ ਦੀ ਚਿੰਤਾ। ਇਵੇਂ ਕਰਦਿਆਂ ਕਰਦਿਆਂ ਬੰਦੇ ਦੇ 40-50 ਟੱਪ ਜਾਂਦੇ ਨੇ। 50 ਸਾਲ ਤੋਂ ਬਾਅਦ ਬਜ਼ੁਰਗ ਅਵਸਥਾ ਆ ਜਾਂਦੀ ਹੈ। ਉਹਦੇ ਬਰਥਾਏ ਕਲਗੀਧਰ ਮਾਫ ਕਰਨਾ ਭਗਤ ਸਾਹਿਬਾਨ ਭਗਤ ਕਬੀਰ ਜੀਆਂ ਦੇ ਬਚਨ ਨੇ। ਕਹਿੰਦੇ ਨੇ ਨੈਣੋ ਨੀਰ ਬਹਿ ਤਨ ਕੀਨਾ, ਪਏ ਕੇਸ ਦੁਧਵਾਨੀ, ਰੁਦਾ ਕੰਠ ਸ਼ਬਦ ਨਹੀਂ ਵਿਚਰੇ, ਆਪ ਕਿਆ ਕਰੇ ਕਰਾਨੀ। ਕਹਿਣ ਲੱਗੇ ਨੇ, ਸੋਚਦਾ ਸੀ ਕਿ ਬਜ਼ੁਰਗ ਹੋ ਕੇ ਪ੍ਰਮਾਤਮਾ ਦੀ ਬੰਦਗੀ ਕਰ ਲਵਾਂਗਾ, ਪਰ ਬਜ਼ੁਰਗ ਅਵਸਥਾ ਆਉਂਦੀ ਹੈ, ਫਿਰ ਆਪਣੀ ਰਸਨਾ ਦੇ ਨਾਲ, ਚੰਗੇ ਤਰੀਕੇ ਦੇ ਨਾਲ ਆਪਣੀ ਧੀ ਪੁੱਤ ਦਾ ਨਾਮ ਵੀ ਨਹੀਂ ਲਿਆ ਜਾਂਦਾ, ਆਪਣੇ ਪੁੱਤਰ ਨੂੰ ਆਵਾਜ਼ ਵੀ ਨਹੀਂ ਮਾਰੀ ਜਾਂਦੀ, ਵਾਹਿਗੁਰੂ ਵੀ ਆਪਣੀ ਜ਼ਬਾਨ ਦੇ ਨਾਲ ਨਹੀਂ ਆਖਿਆ ਜਾਂਦਾ। ਐਸੀ ਅਵਸਥਾ ਗੁਰੂ ਕੀ ਬਾਣੀ ਨੇ ਦਰਸਾਈ ਹੈ। ਫਿਰ ਕਿਉਂ ਮਹਾਰਾਜ ਜੀ ਕਹਿੰਦੇ ਮੋਹ ਦੇ ਚਿੱਕੜ ਵਿੱਚ ਫਸਦੇ ਆ। ਸੋ ਇਥੋਂ ਇਹ ਭਾਵ ਨਹੀਂ ਲੈਣਾ ਕਿ ਸਾਨੂੰ ਫਿਰ ਮਾਇਆ ਵਰਤਣੀ ਨਹੀਂ ਚਾਹੀਦੀ। ਜਿਵੇਂ ਸਿਆਣੇ ਕਹਿੰਦੇ ਨੇ ਨਾ, ਮਾਇਆ ਵਰਤੋ ਜ਼ਰੂਰ ਪਰ ਮਾਇਆ ਦਾ ਲਾਲਚ ਨਹੀਂ ਕਰਨਾ। ਉੱਥੇ ਲਾਲਚ ਕਰਨ ਨੂੰ ਮਨਾ ਕੀਤਾ। ਇਸੇ ਤਰ੍ਹਾਂ ਜੇ ਜੀਵਨ ਸ਼ੁੱਧ ਰੱਖਣਾ ਤੇ ਮਾਇਆ ਦਾ ਲਾਲਚ ਵੀ ਨਹੀਂ ਗੁਰੂ ਕੇ ਸਿੱਖ ਨੇ ਕਰਨਾ, ਤੇ ਇਹਦੇ ਮੋਹ ਦੇ ਚਿੱਕੜ ਵਿੱਚ ਵੀ ਨਹੀਂ ਫਸਣਾ। ਇਹ ਨਹੀਂ ਕਹਿਣਾ ਕਿ ਹਾਏ ਜੇ ਮੈਂ ਮਰ ਗਿਆ, ਮੇਰੀ ਇੱਕ ਪਤਨੀ ਦਾ, ਬੱਚਿਆਂ ਦਾ ਕੀ ਬਣੇਗਾ, ਹਾਏ ਜੇ ਮੈਨੂੰ ਏਦਾਂ ਹੋ ਗਿਆ। ਮਨ ਦੇ ਵਿੱਚ ਮੌਤ ਤੋਂ ਡਰ ਨਹੀਂ ਗੁਰੂ ਕੇ ਸਿੱਖ ਨੇ ਲਿਆਉਣਾ। ਜੋ ਹੈ ਸਤ ਕਰਕੇ ਤੇਰਾ ਕੀਆ, ਮਿੱਠਾ ਲਾਗੇ ਦੇ ਮਾਂ ਵਾਕਾਂ ਅਨੁਸਾਰ ਆਪਣੀ ਜ਼ਿੰਦਗੀ ਜਿਉਣੀ ਹੈ। ਸਰੋ ਵਿਚਾਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਤਨ ਕੋ ਸੰਚ ਕਰੇ ਬਹੁ ਕਾਲ ਮਾਲ, ਭਾਵ ਕਿ ਬਹੁਤੇ ਪਾਪ ਕਰਕੇ, ਹੱਡੋ ਤੋੜ ਮਿਹਨਤ ਕਰਕੇ, ਕਦੀ ਤੇਰਾ ਕੋਈ ਪਸੀਨਾ ਨਿਚੋੜ ਲੈਂਦਾ, ਕਦੀ ਤੂੰ ਕਿਸੇ ਦੀ ਪਸੀਨਾ ਨਿਚੋੜ ਲੈਣਾ ਹੈ, ਕਦੀ ਕਿਸੇ ਦਾ ਹੱਕ ਤੂੰ ਰੱਖ ਲੈਣਾ, ਕਦੀ ਤੇਰਾ ਕੋਈ ਰੱਖ ਲੈਂਦਾ। ਇਵੇਂ ਤੁਹਾਡਾ ਜ਼ਿੰਦਗੀ ਵਿੱਚ ਹਿਸਾਬ ਕਿਤਾਬ ਚੱਲਦਾ ਰਹਿੰਦਾ। ਮਹਾਰਾਜ ਜੀ ਕਹਿਣ ਲੱਗੇ, ਦੁਨੀ ਚੰਦ ਇਹ ਪਾਪਾਂ ਦੇ ਨਾਲ, ਧੋਖਿਆਂ ਦੇ ਨਾਲ ਕੀਤਾ ਹੋਇਆ ਧਨ ਅੰਤ ਨੂੰ ਕਿਸੇ ਕੰਮ ਨਹੀਂ ਆਵੇਗਾ। ਸੰਚਤ ਸੰਚਤ ਔਦ ਬਤਾਈ, ਸੰਚਿਤ ਔਦ ਬਿਹਾਈ। ਕਹਿੰਦੇ ਨੇ ਇਕੱਠਿਆਂ ਕਰਦਿਆਂ ਕਰਦਿਆਂ ਇਨਸਾਨ ਦੀ ਉਮਰ ਬੀਤ ਜਾਂਦੀ ਹੈ, ਪਰ ਇਹ ਧਨ, ਇਹਦਾ ਧਨ ਦਾ ਮੋਹ, ਇਹਦਾ ਲਾਲਚ ਬੰਦੇ ਨੂੰ ਕਦੀ ਮੁੱਕਦਾ ਨਹੀਂ। ਪਾਇਓ ਹੈ ਧਨ ਮਿੱਤਰ ਸੋ ਆਈ। ਕਹਿੰਦੇ ਨੇ ਇਸੇ ਤਰ੍ਹਾਂ ਜਦੋਂ ਧਨ ਬੰਦਾ ਇਕੱਠਾ ਕਰ ਲੈਂਦਾ, ਬਜ਼ੁਰਗ ਅਵਸਥਾ ਹੋ ਜਾਂਦੀ ਹੈ, ਉਦੋਂ ਆ ਕੇ ਮੌਤ ਦੱਸ ਲੈਂਦੀ ਹੈ। ਕਹਿੰਦੇ ਫਿਰ ਉਹ ਕੀਤਾ ਹੋਇਆ ਧਨ ਬੈਂਕਾਂ ਦੇ ਵਿੱਚ, ਘਰ ਦੇ ਦਫ਼ਤਰ ਦੇ ਵਿੱਚ, ਭਾਵ ਘਰ ਦੀ ਕੋਈ ਵਿਸ਼ੇਸ਼ ਜਗ੍ਹਾ ਜਿੱਥੇ ਅਸੀਂ ਪੈਸੇ ਰੱਖਦੇ ਹੋਈਏ, ਕਹਿੰਦੇ ਉਹ ਧਨ ਦਾ ਜਿਹੜਾ ਧਨ ਹੈ ਨਾ, ਉੱਥੇ ਹੀ ਪਿਆ ਰਹਿ ਜਾਂਦਾ ਹੈ। ਉਹ ਤੇਰੀ ਕਮਾਈ ਉੱਥੇ ਪਈ ਰਹਿ ਜਾਂਦੀ ਹੈ ਤੇ ਤੈਨੂੰ ਮੌਤ ਰੂਪ ਜਮ ਆ ਕਰਕੇ ਲੈ ਜਾਂਦੇ ਹਨ। ਪਾਪ ਸੋ ਜੀਵ ਸੰਭਾਈ। ਕਹਿੰਦੇ ਨੇ ਜੋ ਬੰਦੇ ਨੇ ਪਾਪ ਕੀਤੇ ਨੇ, ਦੁਨੀ ਚੰਦ ਉਹੀ ਬੰਦਾ ਭੋਗਦਾ ਹੈ। ਕੀਤੇ ਹੋਏ ਕਰਮਾਂ ਦੇ ਅਨੁਸਾਰ ਹੀ ਅੱਗੇ ਪਰਲੋਕ ਦੇ ਵਿੱਚ ਜਗ੍ਹਾ ਮਿਲਦੀ ਗੁਰੂ ਦੇ ਚਰਨਾਂ ਦੇ ਵਿੱਚ। ਤੇ ਮੀਨੋ ਕਾਮਾ, ਸਰਿਓ ਦਰਬ ਤੇ ਕੌਨੇ ਕਾਮਾ। ਮਹਾਰਾਜ ਜੀ ਕਹਿਣ ਲੱਗੇ, ਦਸ ਖਾਂ ਭੜਾ, ਇਸ ਮਾਇਆ ਨੇ ਕਿਹੜਾ ਕਾਰਜ ਸਵਾਰਿਆ ਹੈ, ਇਸ ਮਾਇਆ ਨੇ ਕਿਹੜਾ ਕੰਮ ਸਵਾਰਨਾ ਕੀਤਾ ਹੈ। ਕਹਿੰਦੇ ਨੇ ਮਾਇਆ ਬਿਨਾ ਪੁੰਨ ਰਹਿਤ ਹੋ ਕਰਕੇ ਦੁੱਖਾਂ ਦਾ ਹੀ ਘਰ ਹੈ। ਭਾਵ ਕਿ ਜੇ ਤੇ ਮਾਇਆ ਦੇ ਨਾਲ ਕੀਤੇ ਨੇ ਆਪਣੇ ਘਰ ਦੇ ਕੰਮ, ਹੱਕ ਦੀ ਕਮਾਈ ਹੈ ਤੇ ਪੁੰਨਾ ਵਰਗੀ ਹੈ, ਇਹ ਅੰਮ੍ਰਿਤ ਵਰਗੀ ਹੈ, ਇਹ ਦੁੱਖ ਨਹੀਂ ਦਵੇਗੀ। ਪਰ ਜੇ ਇਸ ਮਾਇਆ ਦੀ ਪੂਜਾ ਕਰਨ ਲੱਗ ਪਏ ਤੇ ਫਿਰ ਸਾਧ ਸੰਗਤ ਜੀ ਜਦੋਂ ਮਾਇਆ ਸਿਰ ਨੂੰ ਛੱਡ ਜਾਵੇ ਨਾ, ਤੇ ਗੁਰੂ ਕੀ ਬਾਣੀ ਦੇ ਬਚਨ ਨੇ, ਮਾਇਆ ਧਾਰੀ ਤੰਨਾ ਬੋਲਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵੀ ਗੁਰੂ ਕੀ ਬਾਣੀ ਕਹਿੰਦੀ ਹੈ ਕਿ ਮਾਇਆ ਧਾਰੀ ਬੰਦਾ ਅੰਨਾ ਤੇ ਬੋੜਾ ਹੁੰਦਾ ਹੈ। ਇਹਦੀਆਂ ਦੁਨੀਆ ਦੇ ਉੱਤੇ ਧਾਰਮਿਕ ਅੱਖਾਂ ਵੇਖਣ ਵਾਲੀਆਂ ਅੰਨੀਆਂ ਹੋ ਜਾਂਦੀਆਂ ਨੇ, ਤੇ ਜਿਹੜਾ ਅਧਿਆਤਮਕ ਇਹਦਾ ਜੀਵਨ ਹੈ ਨਾ, ਉਹ ਤੋਂ ਸਖਣਾ ਹੋ ਜਾਂਦਾ ਹੈ, ਬੋੜਾ ਹੋ ਜਾਂਦਾ ਹੈ, ਭਾਵੇਂ ਨੂੰ ਸੋਝੀ ਨਹੀਂ ਰਹਿੰਦੀ। ਇਹਨਾਂ ਮਾਇਆ ਦੇ ਵਿੱਚ ਗਲਤਾਨ ਇੱਕ ਦੂਜੇ ਦਾ ਨਾਂ ਲਾਵੇਗਾ, ਮਾਇਆ ਵਿੱਚ ਗ੍ਰਸਤ ਹੋ ਕਰਕੇ ਦੂਜੇ ਨੂੰ ਨੀਵਾਂ ਵਿਖਾਵੇਗਾ। ਸੁਰੋ ਵਿਚਾਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਮਾਇਆ ਨੇ ਕਦੀ ਕਿਸੇ ਦਾ ਸਾਥ ਦਿੱਤਾ ਅੱਜ ਤੱਕ? ਮਾਇਆ ਦੇ ਨਾਲ ਸਾਧ ਸੰਗਤ ਜੀ ਰੱਬ ਮਿਲਦਾ ਹੁੰਦਾ ਨਾ, ਮਾਇਆ ਤੇ ਬਾਬਰ ਦੇ ਕੋਲ ਕਿੰਨੀ ਸੀ, ਉਹਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਖਰੀਦ ਲੈਣਾ ਸੀ।
ਜੇ ਮਾਇਆ ਦੇ ਨਾਲ ਰੱਬ ਮਿਲਦਾ ਹੁੰਦਾ, ਜਾਦੋ ਜਾਇਦਾਤਾਂ ਦੇ ਨਾਲ ਬਖਸ਼ਿਸ਼ਾਂ ਮਿਲਦੀਆਂ, ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਵੇਲੇ ਹਮਾਇਓ ਬਾਦਸ਼ਾਹ ਹੋਇਆ ਸਾਧ ਸੰਗਤ ਜੀ, ਕੀ ਉਹਦੇ ਕੋਲ ਮਾਇਆ ਨਹੀਂ ਸੀ? ਗੁਰੂ ਅਮਰਦਾਸ ਮਹਾਰਾਜ ਸਮੇਂ ਅਕਬਰ ਦੀ ਹਕੂਮਤ ਸੀ। ਅਕਬਰ ਦਾ ਨਾਮ ਅੱਜ ਵੀ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਪ੍ਰਚਲਿਤ ਹੈ। ਸਾਧ ਸੰਗਤ ਜੀ, ਕੀ ਉਹਦੇ ਕੋਲ ਮਾਇਆ ਨਹੀਂ ਸੀ? ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸਮਾਂ ਆਇਆ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸਮਾਂ ਆਇਆ ਤੇ ਲਾਲਚ ਦਿੱਤਾ ਗਿਆ ਸੀ ਨਾ ਕਿ ਜੇ ਸਾਡੀ ਕੁੜੀ ਦੇ ਨਾਲ ਆਨੰਦ ਕਾਰਜ ਕਰ ਲਵੋਗੇ ਤੇ ਤੁਹਾਨੂੰ ਛੱਡ ਦਿੱਤਾ ਜਾਵੇਗਾ, ਨਹੀਂ ਤਾਂ ਤੁਹਾਨੂੰ ਤੱਤੀ ਤਵੀ ਤੇ ਬਿਠਾ ਦਿੱਤਾ ਜਾਵੇਗਾ। ਇਹ ਕਾਰਨ ਬਣੇ ਸੀ ਨਾ। ਉਸ ਵਕਤ ਮਾਇਆ ਦੇ ਲਾਲਚ ਵੀ ਦਿੱਤੇ ਗਏ ਸੀ ਕਿ ਮੌਤ ਨੂੰ ਕਿਉਂ ਆਪਣੀ ਗੱਲ ਆ ਰਹੇ ਹੋ, ਸਾਡੀ ਕੁੜੀ ਦਾ ਨਿਕਾਹ ਕਰ ਲਵੋ, ਧੀ ਦਾ ਨਿਕਾਹ ਕਰੋ, ਸੁਖ ਭੋਗੋਗੇ। ਪਰ ਇਹੋ ਜਿਹੇ ਬਚਨ ਜਦੋਂ ਚੰਦੂ ਨੇ ਕੀਤੇ ਸੀ ਕਿ ਇਹ ਮੋਰੀ ਦੀ ਇੱਟ ਸਾਡੇ ਚਬਾਰਿਆਂ ਵਿੱਚ ਨਹੀਂ ਸ਼ੋਭਦੀ, ਤੇ ਕੀ ਉਦੋਂ ਉਹਨਾਂ ਦੇ ਕੋਲ ਮਾਇਆ ਨਹੀਂ ਸੀ ਜੇ ਉਹ ਖਰੀਦ ਸਕਦੇ ਹੁੰਦੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮੇਂ ਰਾਜੇ ਮਹਾਰਾਜੇ ਹੋਏ ਨੇ, ਕਿ ਉਹਨਾਂ ਦੇ ਕੋਲ ਮਾਇਆ ਨਹੀਂ ਸੀ? ਕਲਗੀਧਰ ਪਾਤਸ਼ਾਹ ਦੇ ਸਮੇਂ, ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਸਮੇਂ ਸਾਧ ਸੰਗਤ ਜੀ 22 ਧਾਰ ਰਾਜਿਆਂ ਦੇ ਕੋਲ ਕਿੰਨੀ ਮਾਇਆ ਸੀ, ਔਰੰਗਜ਼ੇਬ ਕੋਲ ਕਿੰਨੀ ਮਾਇਆ ਸੀ। ਲਾਲਚ ਦਿੱਤੇ ਸੀ ਨਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕਿ ਇੱਕ ਹਿੰਦੂਆਂ ਦੇ ਲਈ ਕੁਰਬਾਨੀ ਦੇਣ ਲੱਗੇ, ਅਸੀਂ ਤੁਹਾਨੂੰ ਮਾਇਆ ਦੇ ਨਾਲ ਤੋਲ ਦੇਵਾਂਗੇ। ਕਿੰਨੇ ਕਿੰਨੇ ਲਾਲਚ ਦਿੱਤੇ ਗਏ, ਪਰ ਇਸ ਮਾਇਆ ਨੇ ਕਿਤੇ ਸਾਥ ਨਹੀਂ ਦਿੱਤਾ। ਸਿੰਘਾਂ ਨੇ ਕਦੀ ਮਾਇਆ ਨਹੀਂ ਸੀ ਬਣਾਈ। ਜੇ ਮਾਇਆ ਦੇ ਨਾਲ ਰੱਬ ਵੀ ਮਿਲਦਾ ਹੁੰਦਾ ਨਾ ਸਾਧ ਸੰਗਤ ਜੀ, ਤੇ ਦੁਨੀਆ ਰੱਬ ਵੇਚ ਕੇ ਖਾ ਜਾਂਦੀ। ਦੁਨੀਆ ਨੇ ਰੱਬ ਵੇਚ ਦੇਣਾ ਹੀ, ਰੱਬ ਦਾ ਮੁੱਲ ਪਾ ਦੇਣਾ ਸੀ। ਜੇ ਮਾਇਆ ਦੇ ਨਾਲ ਰੱਬ ਮਿਲਦਾ ਹੁੰਦਾ, ਸੋ ਕਦੀ ਨਹੀਂ ਸੋਚਣਾ ਇਹ ਬਚਨ ਧਾਰਨ ਕਰਨੇ ਨਹੀਂ, ਗਰੀਬੀ ਕਦਾ ਹਮਾਰੀ, ਇਹ ਨਿਮਰਤਾ, ਇਹ ਗਰੀਬੀ ਪਾਣ, ਇਹ ਨੀਵਾ ਪਾਣੀ ਹੀ ਬੰਦੇ ਨੂੰ ਉੱਚਾ ਲੈ ਕਰਕੇ ਜਾਵੇਗਾ। ਚੰਦ ਸੁਨ ਗਿਰਾ ਉਚਾਰੀ, ਨਾ ਗਿਆਨ ਭਰਿਆ ਉਪਦੇਸ਼ ਗੁਰੂ ਜੀ ਨੇ ਬਖਸ਼ਿਆ ਨਾ ਮਾਇਆ ਦੇ ਪਰਥਾਏ, ਤੇ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣ ਕਰਕੇ ਦੁਨੀ ਚੰਦ ਨੇ ਬਚਨ ਕੀਤੇ, ਬੇਨਤੀ ਕੀਤੀ ਗੁਰੂ ਜੀ ਨੂੰ, ਇਸ ਪ੍ਰਕਾਰ ਸੰਗ ਜਾਏ ਅਗਾਰੇ। ਇਹ ਮਹਾਰਾਜ ਫਿਰ ਦੱਸੋ ਕਿ ਕਿਸ ਪ੍ਰਕਾਰ ਨਾਲ ਜਾਂਦੀ ਹੈ, ਕਿਸ ਪ੍ਰਕਾਰ ਇਹ ਨਾਲ ਜਾਵੇਗੀ? ਸੋ ਕਰਨਾ ਕਰਮ ਜੀਵਤਾ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਿਰਪਾ ਦੇ ਘਰ ਮੇਰੇ ਤੇ ਕਿਰਪਾ ਕਰਕੇ ਮੈਨੂੰ ਸਾਰੀ ਵਾਰਤਾ ਸਮਝਾਉਣਾ ਕਰੋ। ਦੀਨ ਜਾਨ ਉਪਦੇਸ਼ ਦ੍ਰਿੜਾਓ, ਤੇ ਮੈਨੂੰ ਆਪਣਾ ਦੀਨ ਜਾਣ ਕਰਕੇ, ਮੈਨੂੰ ਮਸਕੀਨ ਜਾਣ ਕਰਕੇ ਮਹਾਰਾਜ ਆਪਣਾ ਉਪਦੇਸ਼ ਦਵੋ ਜੀ। ਭਲੇ ਸੁਣੀਏ ਤੇ ਇਹ ਚੀਤਾ, ਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਲੈ ਭਾਈ ਸੁਣਨਾ ਕਰ, ਚਿੱਤ ਲਾ ਕਰਕੇ। ਇਸ ਪ੍ਰਾਣੀ ਤੇ ਕੀਨੋ ਮੀਤਾ, ਇਸ ਪ੍ਰਾਣੀ ਦੇ ਤਿੰਨ ਮਿੱਤਰ ਨੇ। ਮਹਾਰਾਜ ਜੀ ਕਹਿਣ ਲੱਗੇ ਧਿਆਨ ਦੇ ਨਾਲ ਸੁਣੀ, ਇਹ ਬੰਦਿਆ ਹੈ ਦੁਨੀ ਚੰਦ, ਇਨਸਾਨ ਦੇ ਤਿੰਨ ਮਿੱਤਰ ਹਨ। ਅਪਰ ਕਰਮ ਲਖ ਸਤਿਗੁਰੂ ਜੀ ਕਹਿਣ ਲੱਗੇ ਦਰਬ ਪਰਿਵਾਰ ਕਰਮ ਲਖ ਲੀਜੈ। ਸਭ ਤੋਂ ਪਹਿਲਾ ਮਿੱਤਰ ਹੈ ਬੰਦੇ ਦਾ ਧਨ, ਦੂਸਰਾ ਮਿੱਤਰ ਹੈ ਪਰਿਵਾਰ, ਤੀਸਰਾ ਮਿੱਤਰ ਹੈ ਕਰਮ। ਜਸ ਸੰਗੀ ਤਸ ਸਦਾ, ਤੇ ਇਹ ਕਿਵੇਂ ਬੰਦੇ ਦੇ ਨਾਲ ਜਾਣ ਦਾ ਕੰਮ ਕਰਦੇ ਨੇ? ਇਹ ਧਿਆਨ ਦੇ ਨਾਲ ਸੁਣ ਲੈਣਾ ਕਰ। ਅਸੀਂ ਤੈਨੂੰ ਇਹਨਾਂ ਦੀ ਵਿਆਖਿਆ ਕਰਕੇ ਸਮਝਾਉਣੇ ਆ। ਸੋ ਇਥੋਂ ਤੱਕ ਗੁਰੂ ਸਾਹਿਬ ਮਹਾਰਾਜ ਜੀ ਨੇ ਵਿਚਾਰ ਬਖਸ਼ੀ ਹੈ। ਅੱਗੇ ਕਿਵੇਂ ਪ੍ਰਸੰਗ ਆਵੇਗਾ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਹਾਜ਼ਰੀ ਭਰਦਿਆਂ ਸੇਵਾ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ, ਅੱਗੇ ਵਾਰ ਇਸ ਮਤ ਅੱਗੇ ਤੋਂ ਚੜ੍ਹਦੀਆਂ ਕਲਾ ਦੇ ਨਾਲ ਸ਼ੁੱਧ ਅਤੇ ਸਪਸ਼ਟ ਗੁਰੂ ਕੀ ਬਾਣੀ ਪੜ੍ਹਨ ਦੀ ਦਾਤ, ਸੇਵਾ ਭਾਵਨਾ ਕਥਾ ਕੀਰਤਨ ਕਰਨ ਦੀ ਦਾਤ ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਨ ਜੀ। ਆਓ ਕੁਝ ਸਮੇਂ ਵਾਸਤੇ ਚੰਦ ਕੁ ਮਿੰਟਾਂ ਵਾਸਤੇ ਸਿਮਰਨ ਦੇ ਵਿੱਚ ਹਾਜ਼ਰੀ ਭਰ ਕੇ ਆਪਾਂ ਸਮਾਪਤੀ ਕਰਾਂਗੇ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਸਾਨੂੰ ਐਸਾ ਸੁਭਾਗਾ ਸਮਾਂ ਸਤ ਸੰਗਤ ਦਾ ਬਖਸ਼ਿਸ਼ ਕੀਤਾ ਹੈ। ਗੁਰੂ ਰਹਿਮਤ ਕਰੇ। ਆਓ ਅਸੀਂ ਸਾਰੇ ਗੁਰੂ ਦੇ ਆਸ਼ੀ ਦੇ ਨਾਲ ਜੁੜੀਏ, ਨਾਮ ਬਾਣੀ ਦੇ ਤਾਰਣੀ ਹੋਈਏ, ਤਾਂ ਜੋ ਸਾਡੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰਿ ਪ੍ਰਭ ਆਪੇ ਦੀ ਵੇਲੇ ਦੀ ਦਾਤ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਜਾਵੇ ਜੀ। ਗਰਭ ਪਰਵਾਰ ਕਰਮ ਲਖੀਜੈ, ਜਸ ਸੰਗੀ ਤਸ ਸਦਾ ਸੁਨੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਇਆਲ। ਏਕ ਅੱਖਰ ਹਰਿ ਮਨ ਬਸਤ, ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ, ਸੁਨੋ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਨਾਮ ਜਨਾਜ ਹੈ, ਚੜੇ ਸੂਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰੇ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰੇ